ਗੁੱਡ ਈਵਨਿੰਗ ਸਟੂਡੈਂਟਸ। ਅੱਜ ਆਪਾਂ ਸਾਇੰਸ ਦਾ ਟੌਪਿਕ ਨੈਚੁਰਲ ਰਿਸੋਰਸਿਸ ਦੇ ਇੰਪੋਰਟੈਂਟ ਐਮਸੀਕਿਊਜ਼ ਦਾ ਪਾਰਟ 2 ਕਰਾਂਗੇ। ਇਸ ਤੋਂ ਪਹਿਲਾਂ ਨੈਚੁਰਲ ਰਿਸੋਰਸਿਸ ਦਾ ਪਾਰਟ 1 ਕੀਤਾ ਸੀ ਆਪਾਂ ਇੰਪੋਰਟੈਂਟ ਐਮਸੀਕਿਊ ਦਾ। ਜੇ ਤੁਸੀਂ ਉਹ ਵੀਡੀਓ ਜਾ ਕੇ ਨਹੀਂ ਦੇਖੀ ਤਾਂ ਜ਼ਰੂਰ ਦੇਖ ਲਿਓ। ਜੇ ਤੁਸੀਂ ਪੀਐਸਟੈਟ ਸੀਟੈਟ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਕਿਸੇ ਵੀ ਹੋਰ ਟੀਚਿੰਗ ਐਗਜ਼ਾਮ ਨੂੰ ਟਾਰਗੇਟ ਕਰ ਰਹੇ ਹੋ ਤਾਂ ਇਸ ਚੈਨਲ ਦੇ ਉੱਤੇ ਸੀਡੀਪੀ ਦੀ ਪਲੇਲਿਸਟ ਬਣੀ ਹੋਈ ਜਿਹਦੇ 'ਚ ਆਪਾਂ ਕੱਲਾ ਟੌਪਿਕ ਚੰਗੀ ਤਰ੍ਹਾਂ ਕਵਰ ਕੀਤਾ ਹੋਇਆ। ਸਾਰਾ ਇਹ ਐਗਜ਼ਾਮ ਓਰੀਐਂਟਡ ਕੀਤਾ ਆਪਾਂ। ਤੇ ਉਸ ਤੋਂ ਇਲਾਵਾ ਮੈਥ ਸਾਇੰਸ ਦੀ ਪਲੇਲਿਸਟ ਬਣੀ ਹੋਈਆਂ ਨੇ, ਤੁਸੀਂ ਉਹ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ। ਫਿਰ ਇਸ ਤੋਂ ਇਲਾਵਾ ਆਪਾਂ ਟੌਪਿਕ ਵਾਈਜ਼ ਵੀ ਕਵਰ ਕੀਤਾ ਹੋਇਆ ਹੈ। ਐਨਸੀਈਆਰਟੀ ਆਪਾਂ ਬੜੀ ਡਿਟੇਲ ਦੇ ਵਿੱਚ ਕਵਰ ਕੀਤੀ ਹੋਈ ਆ, ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ। ਅੱਜ ਆਪਾਂ ਕਰਨ ਲੱਗੇ ਹਾਂ ਇਹਦਾ ਪਾਰਟ 2 ਨੈਚੁਰਲ ਰਿਸੋਰਸਿਸ ਦੇ ਐਮਸੀਕਿਊਜ਼ ਦਾ। ਤਾਂ ਸ਼ੁਰੂ ਕਰਦੇ ਹਾਂ ਆਪਾਂ ਪਹਿਲੇ ਕੁਐਸਚਨ ਦੇ ਉੱਤੋਂ। The nitrogen molecule present in air can be converted into nitrates and nitrites। ਉਹ ਕਹਿੰਦੇ ਨਾਈਟ੍ਰੋਜਨ ਜਿਹੜੇ ਮੋਲੀਕੂਲ ਆ ਜਦੋਂ 에ਅਰ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਹੁੰਦੇ ਆ ਉਹ ਕਨਵਰਟ ਹੋ ਜਾਂਦੇ ਆ ਨਾਈਟ੍ਰੇਟਸ ਤੇ ਨਾਈਟਰਾਈਟਸ ਦੇ ਵਿੱਚੋਂ। ਇਹ ਹੁਣ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੇ ਬੈਕਟੀਰੀਆਜ਼ ਹੁੰਦੇ ਨੇ ਉਹ ਹਵਾ ਦੇ ਵਿੱਚੋਂ ਜਿਹੜੇ ਨਾਈਟ੍ਰੋਜਨ ਮੋਲੀਕੂਲਸ ਨੇ ਉਹਨਾਂ ਨੂੰ ਚੱਕ ਕੇ ਕੀ ਕਰਦੇ ਨੇ, ਮਿੱਟੀ ਦੇ ਵਿੱਚ ਮਿਲਾ ਦਿੰਦੇ ਨੇ। ਮਤਲਬ ਮਿੱਟੀ ਦੇ ਵਿੱਚ ਨਾਈਟਰਾਈਟਸ ਤੇ ਨਾਈਟਰਾਈਟਸ ਬਣਾ ਦਿੰਦੇ ਨੇ, ਉਹ ਕਨਵਰਟ ਕਰਦੇ ਨੇ। ਤਾਂ ਪਹਿਲਾ ਆਪਸ਼ਨ ਇਹੀ ਕਰੈਕਟ ਹੋ ਗਿਆ ਆਪਣਾ। ਆ ਬਾਇਓਲੋਜੀਕਲ ਪ੍ਰੋਸੈਸ ਹੁੰਦਾ ਇਹ, ਜਿਹੜੇ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦੇ ਆ ਪ੍ਰੈਜ਼ੈਂਟ ਹੁੰਦੇ ਆ ਸੋਇਲ ਦੇ ਵਿੱਚ, ਉਹ ਇਹ ਕੰਮ ਕਰਦੇ ਆ। ਇਹਨੂੰ ਨਾਈਟ੍ਰੋਜਨ ਫਿਕਸੇਸ਼ਨ ਵੀ ਬੋਲ ਦਿੰਦੇ ਆ ਇਸ ਪ੍ਰੋਸੈਸ ਨੂੰ ਆਪਾਂ। ਤਾਂ ਇੱਥੇ ਪਹਿਲੀ ਆਪਸ਼ਨ ਜਿਹੜੀ ਆ ਉਹ ਕਰੈਕਟ ਹੋ ਜਾਂਦੀ ਆ। ਹੁਣ ਅੱਗੇ ਗੱਲ ਕਰੀਏ ਆਪਾਂ 27th ਕੁਐਸਚਨ ਦੀ। ਵਨ ਆਫ ਦਾ ਫੋਲੋਇੰਗ ਪ੍ਰੋਸੈਸ ਇਜ਼ ਨੋਟ ਸੈਟ ਅਪ ਇਨ ਦਾ ਵਾਟਰ ਸਾਈਕਲ ਓਪਰੇਟਿੰਗ ਇਨ ਨੇਚਰ। ਇਹਨਾਂ ਵਿੱਚੋਂ ਕਿਹੜਾ ਪ੍ਰੋਸੈਸ ਆ ਜਿਹੜਾ ਵਾਟਰ ਸਾਈਕਲ ਦੇ ਆਪਰੇਸ਼ਨ ਦੇ ਵਿੱਚ ਨਹੀਂ ਹੁੰਦਾ? ਤਾਂ ਉਹ ਹੁੰਦਾ ਜੀ ਫੋਟੋਸੈਂਥਸਿਸ। ਫੋਟੋਸੈਂਥਸਿਸ ਕੀ ਹੁੰਦਾ? ਪੌਦਿਆਂ ਦਾ ਆਪਦਾ ਖੁਦ ਭੋਜਨ ਤਿਆਰ ਕਰਨਾ। ਕਿਹਦੀ ਹੈਲਪ ਦੇ ਨਾਲ? ਸਨਲਾਈਟ ਤੇ ਪਾਣੀ ਤੇ ਹਵਾ ਦੀ ਹੈਲਪ ਦੇ ਨਾਲ। ਹੁਣ ਇਹਦੇ ਵਿੱਚ ਫੋਟੋਸੈਂਥਸਿਸ ਬਾਰੇ ਤੁਹਾਨੂੰ ਸਭ ਨੂੰ ਕਲੀਅਰ ਹੀ ਹੋਏਗਾ ਵੀ ਜਿਹੜੇ ਪੌਦੇ ਨੇ ਉਹ ਕੀ ਕਰਦੇ ਨੇ, ਸਨਲਾਈਟ ਤੇ ਪਾਣੀ ਵਿੱਚ ਆਪਾਂ ਕਹਿੰਦੇ ਆ CO2 ਨੂੰ ਯੂਜ਼ ਕਰਕੇ ਆਪਦਾ ਭੋਜਨ ਤਿਆਰ ਕਰਦੇ ਨੇ। ਇਹਦੇ ਵਿੱਚ ਵਾਟਰ ਸਾਈਕਲ ਦਾ ਕੋਈ ਕੰਮ ਨਹੀਂ ਹੁੰਦਾ। ਆਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਾਟਰ ਸਾਈਕਲ ਦੀਆਂ ਨੇ। ਤਾਂ ਇੱਥੇ ਡੀ ਆਪਸ਼ਨ ਜਿਹੜੀ ਆ ਕਰੈਕਟ ਹੋ ਜਾਂਦੀ ਆ। 28th ਨੰਬਰ ਕੁਐਸਚਨ ਦੀ ਗੱਲ ਕਰੀਏ ਆਪਾਂ। ਦਾ ਟਰਮ ਵਾਟਰ ਪੋਲਿਊਸ਼ਨ ਕੈਨ ਬੀ ਡਿਫਾਈਨਡ ਇਨ ਸੈਵਰਲ ਵੇਜ਼ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਡੋ ਨਾਟ ਗਿਵ ਕਰੈਕਟ ਡੈਫੀਨੇਸ਼ਨ। ਹੁਣ ਕਹਿੰਦੇ ਜਿਹੜੀ ਵਾਟਰ ਪੋਲਿਊਸ਼ਨ ਆ ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਆਪਾਂ ਐਕਸਪਲੇਨ ਕਰ ਸਕਦੇ ਹਾਂ ਵਾਟਰ ਪੋਲਿਊਸ਼ਨ ਨੂੰ। ਤਾਂ ਇਹਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਕਰੈਕਟ ਨਹੀਂ ਹੈਗੀ? ਤਾਂ ਇਹਦੇ ਵਿੱਚ ਆਪਸ਼ਨ ਜਿਹੜੀ ਆ ਸੀ ਉਹ ਕਰੈਕਟ ਨਹੀਂ ਹੈਗੀ। ਕਿਉਂ? ਕਿਉਂਕਿ ਚੇਂਜ ਇਨ ਪ੍ਰੈਸ਼ਰ ਆਫ ਵਾਟਰ ਬੋਡੀਜ਼ ਦੇ ਵਿੱਚ ਕੋਈ ਪੋਲਿਊਸ਼ਨ ਦਾ ਰੋਲ ਨਹੀਂ ਹੁੰਦਾ। ਇਹਦੇ ਨਾਲ ਕੋਈ ਪੋਲਿਊਸ਼ਨ ਥੋੜੀ ਕਾਜ਼ ਹੁੰਦੀ ਆ ਵਾਟਰ ਬੋਡੀ ਦੇ ਵਿੱਚ ਪ੍ਰੈਸ਼ਰ ਚੇਂਜ ਹੋਣ ਨਾਲ। ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੋਲਿਊਸ਼ਨ ਨੂੰ ਕਾਜ਼ ਕਰਦੀਆਂ ਨੇ। ਤਾਂ ਇੱਥੇ ਆਪਣੀ ਸੀ ਆਪਸ਼ਨ ਕਰੈਕਟ ਹੋ ਜੂਗੀ। ਨੈਕਸਟ 29th ਨੰਬਰ ਕੁਐਸਚਨ ਦੀ ਗੱਲ ਕਰੀਏ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਗ੍ਰੀਨ ਹਾਊਸ ਗੈਸ। ਕਿਹੜੀ ਗ੍ਰੀਨ ਹਾਊਸ ਗੈਸ ਜਿਹੜੀ ਨਹੀਂ ਹੈਗੀ? ਉਹ ਅਮੋਨੀਆ। ਅਮੋਨੀਆ ਜਿਹੜੀ ਆ ਗ੍ਰੀਨ ਹਾਊਸ ਗੈਸ ਨਹੀਂ ਹੈਗੀ। ਬਾਕੀ ਸਾਰੀਆਂ ਤਿੰਨੇ ਜਿਹੜੀਆਂ ਨੇ ਉਹ ਗ੍ਰੀਨ ਹਾਊਸ ਗੈਸਿਸ ਨੇ। 30 ਕੁਐਸਚਨ ਦੀ ਗੱਲ ਕਰੀਏ। ਵਿਚ ਸਟੈਪ ਇਜ਼ ਨੋਟ ਇਨਵੋਲਵਡ ਇਨ ਕਾਰਬਨ ਸਾਈਕਲ। ਕਾਰਬਨ ਸਾਈਕਲ ਦੇ ਵਿੱਚ ਕਿਹੜਾ ਪ੍ਰੋਸੈਸ ਆ ਜਿਹੜਾ ਇਨਵੋਲਵ ਨਹੀਂ ਹੁੰਦਾ? ਉਹ ਹੁੰਦੀ ਆ ਜੀ ਟਰਾਂਸਪੀਰੇਸ਼ਨ। ਹੁਣ ਟਰਾਂਸਪੀਰੇਸ਼ਨ ਦਾ ਮਤਲਬ ਕੀ ਹੁੰਦਾ? ਟਰਾਂਸਪੀਰੇਸ਼ਨ ਕੀ ਹੁੰਦੀ ਆ? ਜਦੋਂ ਪੱਤਿਆਂ ਦੇ ਉੱਤੇ ਧੁੱਪ ਪੈਂਦੀ ਆ। ਪੱਤਿਆਂ ਦੇ ਉੱਤੇ ਧੁੱਪ ਪੈਣ ਹੁੰਦਾ ਕੀ ਆ? ਇੱਥੋਂ ਪਾਣੀ ਉੱਡਦਾ ਪੱਤਿਆਂ ਤੋਂ। ਹੁਣ ਉਹ ਪਾਣੀ ਉੱਡਣ ਦੇ ਜਿਹੜੇ ਪ੍ਰੋਸੈਸ ਨੂੰ ਪੱਤਿਆਂ ਦੇ ਉੱਤੋਂ ਕੀ ਬੋਲਦੇ ਆ ਆਪਾਂ? ਟਰਾਂਸਪੀਰੇਸ਼ਨ ਬੋਲਦੇ ਹਾਂ। ਇਹ ਤੁਸੀਂ ਗੱਲ ਯਾਦ ਰੱਖਣੀ ਆ, ਟਰਾਂਸਪੀਰੇਸ਼ਨ। ਵੈਸੇ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਆਪਾਂ ਇਵੈਪੋਰੇਸ਼ਨ ਹੁੰਦੀ ਆ। ਹੁਣ ਟਰਾਂਸਪੀਰੇਸ਼ਨ ਜ਼ਰੂਰੀ ਕਿਉਂ ਹੁੰਦੀ ਆ? ਦੇਖੋ ਆਪਾਂ ਨੂੰ ਪਤਾ ਕੋਈ ਵੀ ਪੌਦਾ ਨੀਚੇ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਜੁੜਿਆ ਹੁੰਦਾ ਜਿੱਥੋਂ ਉਹ ਪਾਣੀ ਲੈਂਦਾ। ਹੁਣ ਜੇ ਉਹ ਪਾਣੀ ਉੱਪਰ ਹਵਾ ਦੇ ਵਿੱਚ ਜਦੋਂ ਧੁੱਪ ਨਾਲ ਉੱਡਦਾ, ਇਹਦੇ ਨਾਲ ਹੁੰਦਾ ਕਿ ਇੱਥੇ ਪ੍ਰੈਸ਼ਰ ਡਿਕਰੀਜ਼ ਹੋ ਜਾਂਦਾ ਪਾਣੀ ਦਾ, ਮਤਲਬ ਪਾਣੀ ਘਟ ਜਾਂਦਾ। ਇਹ ਪਾਣੀ ਦੀ ਕਮੀ ਨੂੰ ਕੌਣ ਪੂਰਾ ਕਰਦਾ? ਫਿਰ ਇਹ ਸਟੈਮ ਪੂਰਾ ਕਰਦੀ ਆ। ਸਟੈਮ ਕਿੱਥੋਂ? ਜੜ੍ਹਾਂ ਤੋਂ ਪਾਣੀ ਖਿੱਚਦੀ ਆ ਤੇ ਪੱਤੇ ਤੱਕ ਫਿਰ ਲੈ ਕੇ ਆਉਂਦੀ ਆ। ਤੇ ਇਹ ਪ੍ਰੋਸੈਸ ਲਗਾਤਾਰ ਚੱਲਦਾ ਰਹਿੰਦਾ। ਪਰ ਪੱਤੇ ਉੱਤੋਂ ਕਹਿ ਲਓ ਪਾਣੀ ਉੱਡਣ ਨੂੰ, ਜਾਂ ਸਟੈਮ ਉੱਤੋਂ ਪਾਣੀ ਉੱਡਣ ਨੂੰ, ਜਾਂ ਕਿਸੇ ਵੀ ਪਾਰਟ ਭਾਵੇਂ ਫਲਾਰ ਉੱਤੋਂ ਵੀ ਪਾਣੀ ਉੱਡਣ ਨੂੰ ਕੀ ਬੋਲਾਂਗੇ ਆਪਾਂ? ਟਰਾਂਸਪੀਰੇਸ਼ਨ ਬੋਲਾਂਗੇ। ਤੁਸੀਂ ਇਹ ਗੱਲ ਯਾਦ ਰੱਖਣੀ ਆ। 31st ਨੰਬਰ ਕੁਐਸਚਨ ਦੀ ਗੱਲ ਕਰੀਏ। ਓਜ਼ੋਨ ਹੋਲ ਮੀਨਸ। ਓਜ਼ੋਨ ਹੋਲ ਦਾ ਮਤਲਬ ਕੀ ਹੁੰਦਾ? ਆਪਾਂ ਨੂੰ ਸਿੱਧਾ ਪਤਾ ਇਹ ਬੀ ਆਪਸ਼ਨ ਕਰੈਕਟ ਹੈ ਕਿਉਂਕਿ ਥਿਨਿੰਗ ਆਫ ਓਜ਼ੋਨ ਲੇਅਰ ਹੁੰਦੀ ਆ। ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਲਾਰਜ ਸਾਈਡ ਹੋਲ ਨੂੰ ਆਪਾਂ ਓਜ਼ੋਨ ਹੋਲ ਨਹੀਂ ਬੋਲਦੇ, ਥਿਨਿੰਗ ਨੂੰ ਪਤਲੇ ਹੋਣ ਨੂੰ ਬੋਲਦੇ ਆ ਓਜ਼ੋਨ ਹੋਲ। ਇਹ ਤੁਸੀਂ ਯਾਦ ਰੱਖਣਾ। ਜਿੱਥੇ ਓਜ਼ੋਨ ਲੇਅਰ ਪਤਲੀ ਹੋ ਜੇ, ਬਹੁਤ ਬਰੀਕ ਹੋ ਜੇ, ਉਹਨੂੰ ਓਜ਼ੋਨ ਹੋਲ ਬੋਲਦੇ ਆ। ਇੱਥੇ ਕਈ ਵਾਰੀ ਬੱਚੇ ਆਪਸ਼ਨ 1 ਕਰੈਕਟ ਲਾ ਦੇਣਗੇ ਜਿਨ੍ਹਾਂ ਪੇਪਰ 'ਚ ਗਲਤ ਹੋ ਜਾਊਗਾ, ਕਿਉਂਕਿ ਵੱਡੇ ਸਾਈਜ਼ ਦਾ ਕੋਈ ਹੋਲ ਨਹੀਂ, ਰੀਅਲ 'ਚ ਵਿੱਚ ਹੋਲ ਨਹੀਂ ਪੈਦਾ ਹੁੰਦਾ। ਜਾਂ ਅਸਲ 'ਚ ਉੱਥੇ ਓਜ਼ੋਨ ਲੇਅਰ ਘਟ ਜਾਂਦੀ ਆ। ਕਿਉਂਕਿ ਜਿਹੜੀ ਐਟਮੋਸਫੀਅਰ ਦੇ ਵਿੱਚ ਹਵਾ ਕਿਹੜਾ ਕੋਈ ਸੋਲਿਡ ਚੀਜ਼ ਆ? ਆਪਾਂ ਹਵਾ 'ਚ ਮੋਰੀ ਕਰ ਹੀ ਨਹੀਂ ਸਕਦੇ। ਤਾਂ ਉੱਥੇ ਜਸਟ ਹਵਾ ਦਾ ਘਟ ਜਾਣ ਨੂੰ ਆਪਾਂ ਬੋਲ ਦਿੰਦੇ ਹਾਂ ਉੱਥੇ ਓਜ਼ੋਨ ਹੋਲ ਹੋ ਗਿਆ। ਸੀ ਆਪਸ਼ਨ ਦੀ ਵੀ ਗੱਲ ਕਰੀ ਤੇ ਸਮੋਲ ਹੋਲ ਦੀ ਵੀ, ਇਹ ਵੀ ਆਪਸ਼ਨ ਗਲਤ ਹੋ ਜੂਗੀ। ਫਿਰ ਥਿਕਨਿੰਗ ਵੀ, ਥਿਕਨਿੰਗ ਤਾਂ ਹੋਰ ਸਗੋਂ ਵੱਧ ਹਵਾ ਨੂੰ ਬੋਲਾਂਗੇ ਉੱਥੇ, ਜਾਂ ਵੱਧ ਗੈਸ ਨੂੰ ਪ੍ਰੈਜ਼ੈਂਟ ਹੋਣ ਨੂੰ ਬੋਲਾਂਗੇ। ਤਾਂ ਇੱਥੇ ਤਾਂ ਉਹ ਤਾਂ ਬਿਲਕੁਲ ਹੀ ਆਪੋਜ਼ਿਟ ਹੋ ਗਿਆ। ਤਾਂ ਇੱਥੇ ਯਾਦ ਰੱਖਣਾ ਥਿਨਿੰਗ ਆਫ ਓਜ਼ੋਨ ਲੇਅਰ ਕਰੈਕਟ ਆਪਸ਼ਨ ਹੋਊਗੀ। ਅੱਗੇ ਗੱਲ ਕਰੀਏ। ਓਜ਼ੋਨ ਲੇਅਰ ਇਜ਼ ਗੈਟਿੰਗ ਡਿਪਲੀਟਡ ਬਿਕੋਜ਼। ਓਜ਼ੋਨ ਲੇਅਰ ਖਤਮ ਕਦੋਂ ਹੋ ਰਹੀ ਹੈ? ਡਿਪਲੀਸ਼ਨ ਮਤਲਬ ਘਟ ਹੋ ਰਹੀ ਆ। ਇਹ ਘਟ ਰਹੀ ਆ ਜੀ ਮੈਨ ਮੇਡ ਕੰਪੋਨੈਂਟਸ ਨੇ ਜਿਹੜੇ, ਭਾਵੇਂ ਫਲੋਰੀਨ ਹੋਵੇ ਭਾਵੇਂ ਕਲੋਰੀਨ ਹੋਵੇ, ਦੋਵਾਂ ਦੇ ਵੀ ਮੈਨ ਮੇਡ ਕੰਪੋਨੈਂਟਸ ਕਰਕੇ, ਐਕਸੈਸਿਵ ਯੂਜ਼ ਹੋਣ ਕਰਕੇ
ਇਹ ਓਜ਼ੋਨ ਲੇਅਰ ਜਿਹੜੀ ਆ ਘਟ ਰਹੀ ਆ। ਮੋਸਟ ਇੰਪੋਰਟੈਂਟ ਆਪਸ਼ਨ ਆ ਜਿਹੜੀ ਆ ਫਲੋਰੀਨ ਤੇ ਕਲੋਰੀਨ ਦੋ ਐਕਸੈਸਿਵ ਯੂਜ਼ ਹੋਣ ਕਰਕੇ ਓਜ਼ੋਨ ਲੇਅਰ ਜਿਹੜੀ ਆ ਡਿਪਲੀਟ ਹੋ ਰਹੀ ਆ। ਅੱਗੇ ਗੱਲ ਕਰੀਏ ਆਪਾਂ 33 ਕੁਐਸਚਨ ਦੀ, ਵਿਚ ਆਫ ਦ ਫੋਲੋਇੰਗ ਇਜ਼ ਰੀਸੈਂਟਲੀ ਓਰੀਜੀਨੇਟਡ ਪ੍ਰੋਬਲਮ ਆਫ ਇਨਵਾਇਰਮੈਂਟ। ਇਨਵਾਇਰਮੈਂਟ ਸਭ ਤੋਂ ਰੀਸੈਂਟ ਕਿਹੜੀ ਆ? ਓਜ਼ੋਨ ਲੇਅਰ, ਗ੍ਰੀਨ ਹਾਊਸ ਇਫੈਕਟ ਕਿ ਗਲੋਬਲ ਵਾਰਮਿੰਗ, ਆਲ ਆਫ ਅਬਵ। ਤਾਂ ਇਹ ਤਿੰਨੇ ਆਪਸ਼ਨਾਂ ਹੀ ਕਰੈਕਟ ਹੋਣਗੀਆਂ। ਆਲ ਆਫ ਦੀਸ ਕਰੈਕਟ ਹੋਗਾ। ਇੱਥੇ ਇਹ ਪ੍ਰੋਬਲਮ ਕੋਜ਼ ਕਰਦੇ ਪਏ ਨੇ ਇਨਵਾਇਰਮੈਂਟ ਦੇ ਅੰਦਰ। 34th ਕੁਐਸਚਨ ਦੀ ਗੱਲ ਕਰੀਏ, ਵੈਨ ਵੀ ਬਰੀਥ ਇਨ ਏਅਰ ਨਾਈਟ੍ਰੋਜਨ ਆਲਸੋ ਗੋਜ਼ ਇਨਸਾਈਡ ਅਲੋਂਗ ਵਿਦ ਆਕਸੀਜਨ। ਜਦੋਂ ਆਪਾਂ ਸਾਹ ਲੈਂਦੇ ਹਾਂ, ਹੁਣ ਇੱਥੇ ਆਪਾਂ ਨੂੰ ਪਤਾ ਆਕਸੀਜਨ ਲੈਂਦੇ ਆਪਾਂ, ਪਰ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਨੱਕ ਵਿੱਚ ਹੋਰ ਗੈਸਾਂ ਨਹੀਂ ਜਾ ਰਹੀਆਂ, ਗੈਸਾਂ ਤਾਂ ਸਾਰੀਆਂ ਅੰਦਰ ਜਾ ਰਹੀਆਂ ਆਪਣੇ। ਤਾਂ ਇਹ ਪੁੱਛ ਰਹੇ ਆ ਵਾਟ ਇਜ਼ ਦੀ ਫੇਟ ਆਫ ਦਿਸ ਨਾਈਟ੍ਰੋਜਨ। ਹੁਣ ਆਪਣੇ ਜਿਹੜੇ ਅੰਦਰ ਨਾਈਟ੍ਰੋਜਨ ਜਾ ਰਹੀ ਆ, ਕਿਉਂਕਿ ਤੁਸੀਂ ਯਾਦ ਰੱਖਣਾ ਨਾਈਟ੍ਰੋਜਨ 72% ਹੁੰਦੀ ਆ ਹਵਾ ਦੇ ਵਿੱਚ, ਤਾਂ ਇੰਨੀ ਸਾਰੀ ਨਾਈਟ੍ਰੋਜਨ ਆਪਣੇ ਅੰਦਰ ਜਾ ਰਹੀ ਆ। ਇਹ ਹੁੰਦਾ ਕਿ ਇਹਦੇ ਨਾਲ ਇਟ ਕਮ ਆਊਟਸ ਵਿਦ CO2 ਡਿਊਰਿੰਗ ਐਕਸਲੇਸ਼ਨ। ਜਦੋਂ ਆਪਾਂ ਸਾਹ ਬਾਹਰ ਕੱਢਦੇ ਹਾਂ, ਸਾਹ ਛੱਡਦੇ ਹਾਂ ਬਾਹਰ ਨੂੰ, ਜਿਹਨੂੰ ਐਕਸਲੇਸ਼ਨ ਬੋਲਦੇ ਹਾਂ ਆਪਾਂ, ਉਹਦੇ ਵਿੱਚ CO2 ਦੇ ਨਾਲ ਹੀ ਬਾਹਰ ਨਿਕਲ ਆਉਂਦੀ ਆ ਨਾਈਟ੍ਰੋਜਨ। ਨੈਕਸਟ ਅੱਗੇ ਗੱਲ ਕਰੀਏ 35th ਕੁਐਸਚਨ ਦੀ, ਟੋਪ ਸੋਇਲ ਕੰਟੇਨਸ ਦਾ ਫੋਲੋਇੰਗ। ਜਿਹੜੇ ਮਿੱਟੀ ਦੀ ਸਭ ਤੋਂ ਉੱਪਰਲੀ ਸਤ੍ਹਾ ਹੁੰਦੀ ਉਹਦੇ 'ਚ ਕੀ ਕੁਛ ਹੁੰਦਾ? ਉਹਦੇ 'ਚ ਹੁੰਦਾ ਜੀ ਹਿਊਮਸ, ਲਿਵਿੰਗ ਆਰਗੈਨਿਜ਼ਮ ਤੇ ਸੋਇਲ ਪਾਰਟੀਕਲਸ। 36th ਕੁਐਸਚਨ, ਮੇਜਰ ਸੋਰਸ ਆਫ ਮਿਨਰਲ ਇਨ ਸੋਇਲ ਇਜ਼। ਜਿਹੜੇ ਮੇਜਰ ਸੋਰਸ ਨੇ ਮਿਨਰਲ ਦੇ ਸੋਇਲ ਦੇ ਵਿੱਚ ਉਹ ਕੀ ਨੇ? ਉਹ ਹੈਗੇ ਆ ਜੀ ਪੈਰੈਂਟ ਰੌਕ ਫਰੋਮ ਵਿਚ ਸੋਇਲ ਇਜ਼ ਫੋਰਮਡ। ਪੇਰੈਂਟ ਰੌਕਸ ਹੁੰਦੀਆਂ ਜਿਨ੍ਹਾਂ ਤੋਂ ਹੁਣ ਆਪਾਂ ਨੂੰ ਪਤਾ ਜਿਹੜੀ ਸੋਇਲ ਆ, ਮਿੱਟੀ ਆ, ਉਹ ਕਿੱਥੋਂ ਬਣਦੀ ਆ? ਉਹ ਚਟਾਨਾਂ ਦੇ ਖੁਰਨ ਤੋਂ ਬਣਦੀ ਆ, ਚਟਾਨਾਂ ਦੇ ਟੁੱਟਣ ਭੱਜਣ ਤੋਂ ਬਣ ਜਾਂਦੀ ਆ। ਤਾਂ ਕਰਕੇ ਜਿਹੜਾ ਮੇਜਰ ਸੋਰਸ ਆ ਜਿਹੜਾ ਮਿਨਰਲ ਦਾ, ਮਤਲਬ ਕਿੱਥੋਂ ਸੋਇਲ ਦੇ ਮਿਨਰਲ ਆਉਂਦੇ ਨੇ, ਉਹ ਆਉਂਦੇ ਨੇ ਉਹਨਾਂ ਦੀਆਂ ਪੇਰੈਂਟ ਰੌਕਸ ਦੇ ਵਿੱਚੋਂ। 37th ਕੁਐਸਚਨ ਦੀ ਗੱਲ ਕਰੀਏ, ਬਾਇਓਟਿਕ ਕੰਪੋਨੈਂਟ ਆਫ ਬਾਇਓਸਫੀਅਰਸ ਇਜ਼ ਨਾਟ ਕੰਸਟੀਟਿਊਟਡ ਬਾਈ। ਬਾਇਓਟਿਕ ਕੰਪੋਨੈਂਟ ਜਿਹੜਾ ਬਾਇਓਸਫੀਅਰ ਦਾ ਉਹ ਕਿਹੜਾ ਨਹੀਂ ਹੈਗਾ? ਉਹ ਹੈਗਾ ਏਅਰ। ਬਾਇਓਟਿਕ ਕੰਪੋਨੈਂਟ ਨਹੀਂ ਹੈਗਾ। ਡੀਕੰਪੋਜ਼ਰ, ਪ੍ਰੋਡਿਊਸਰ, ਕੰਜ਼ਿਊਮਰਸ, ਇਹ ਸਾਰੇ ਬਾਇਓਟਿਕ ਨੇ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਆ, ਏਅਰ ਦੇ ਵਿੱਚ ਕੋਈ ਜਾਨ ਨਹੀਂ ਹੁੰਦੀ, ਤਾਂ ਇਹ ਬਾਇਓਟਿਕ ਕੰਪੋਨੈਂਟ ਨਹੀਂ ਹੈਗਾ। 38th ਕੁਐਸਚਨ ਦੀ ਗੱਲ ਕਰੀਏ, ਐਨ ਇਨਕਰੀਜ਼ ਇਨ ਕਾਰਬਨ ਡਾਈਆਕਸਾਈਡ ਕੰਟੈਂਟ ਇਨ ਦ ਐਟਮੋਸਫੀਅਰ ਵੁੱਡ ਨਾਟ ਕੋਜ਼। ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਣਾ ਐਟਮੋਸਫੀਅਰ ਦੇ ਵਿੱਚ ਕਿਹੜੀ ਚੀਜ਼ ਕੋਜ਼ ਨਹੀਂ ਕਰਦਾ? ਇਹ ਅਬੰਡੈਂਸ ਆਫ ਡੈਜ਼ਰਟ ਪਲਾਂਟ ਜਿਹੜੇ ਨੇ ਉਹਨਾਂ ਨੂੰ ਕੋਜ਼ ਨਹੀਂ ਕਰਦਾ, ਕਿਉਂਕਿ ਇਹਨਾਂ ਦਾ ਕੋਈ ਆਪਸ ਲਿੰਕ ਹੀ ਨਹੀਂਗਾ। ਆ ਸਾਰੀਆਂ ਚੀਜ਼ਾਂ ਦਾ ਲਿੰਕ ਹੈਗਾ ਕਾਰਬਨ ਡਾਈਆਕਸਾਈਡ ਨਾਲ। ਪਹਿਲਾਂ ਵੀ ਉਹਨਾਂ ਨੇ ਕਿਹਾ ਹੀਟ, ਆਪਾਂ ਹੁਣੇ ਗੱਲ ਕੀਤੀ ਹੈ CO2 ਜਿਹੜੀ ਇਨਵਾਇਰਮੈਂਟ ਦੇ ਵਿੱਚ ਜਿੰਨੀ ਜ਼ਿਆਦਾ ਹੋਊਗੀ ਗਲੋਬਲ ਵਾਰਮਿੰਗ ਉਨੀ ਜ਼ਿਆਦਾ ਵਧੂਗੀ। ਤੇ ਜੇ ਫੋਟੋਸਿੰਥੇਸਿਸ ਦੀ ਗੱਲ ਕਰੀਏ, ਆਪਾਂ ਨੂੰ ਪਤਾ ਪਲਾਂਟਸ ਦੇ ਵਿੱਚ ਜ਼ਰੂਰੀ ਹੁੰਦੀ ਆ, ਤਾਂ ਇਹ ਵੀ ਇੱਥੇ ਆਪਸ਼ਨ ਨਹੀਂ ਹੋਊਗਾ। ਗਲੋਬਲ ਵਾਰਮਿੰਗ ਵੀ ਹੁੰਦੀ ਆ, ਹਾਂ, ਉਹਦੇ ਕਰਕੇ ਕਾਰਬਨ ਦੇ, ਤਾਂ ਇਹ ਵੀ ਆਪਸ਼ਨ ਨਹੀਂ ਹੋਊਗਾ। ਇਹ ਹੋਊਗਾ ਡੈਜ਼ਰਟ ਪਲਾਂਟ। ਡੈਜ਼ਰਟ ਪਲਾਂਟ ਦਾ ਕੋਈ ਰੋਲ ਨਹੀਂ ਹੁੰਦਾ, ਮਤਲਬ ਡੈਜ਼ਰਟ ਪਲਾਂਟ ਵਧਣ ਦਾ, CO2 ਦਾ ਕੋਈ ਰੋਲ ਨਹੀਂ ਹੁੰਦਾ ਉਹਦੇ 'ਚ। 39th ਕੁਐਸਚਨ ਦੀ ਗੱਲ ਕਰੀਏ, ਆਕਸੀਜਨ ਇਜ਼ ਰਿਟਰਨ ਟੂ ਦੀ ਐਟਮੋਸਫੀਅਰ ਮੇਨਲੀ। ਆਕਸੀਜਨ ਜਿਹੜੀ ਵਾਪਸ ਕਿਵੇਂ ਐਟਮੋਸਫੀਅਰ ਦੇ ਵਿੱਚ ਆ ਜਾਂਦੀ ਆ? ਉਹ ਆ ਜਾਂਦੀ ਆ ਫੋਟੋਸਿੰਥੇਸਿਸ। ਆਪਾਂ ਨੂੰ ਪਤਾ ਸਭ ਤੋਂ ਵੱਡਾ ਸੋਰਸ ਜਿਹੜਾ ਆਕਸੀਜਨ ਦਾ ਉਹ ਕੀ ਹੈਗਾ? ਉਹ ਹੈਗੇ ਨੇ ਪਲਾਂਟਸ। ਜਿੰਨੇ ਵੱਧ ਤੋਂ ਵੱਧ ਆਪਾਂ ਪਲਾਂਟਸ ਤੇ ਟਰੀਜ਼ ਲਗਾਵਾਂਗੇ ਉਨੇ ਇਨਵਾਇਰਮੈਂਟ ਦੇ ਵਿੱਚ ਆਕਸੀਜਨ ਵਧੂਗੀ। ਕਿਉਂ ਵਧੂਗੀ? ਕਿਉਂਕਿ ਉਹ ਫੋਟੋਸਿੰਥੇਸਿਸ ਪ੍ਰੋਸੈਸ ਕਰਦੇ ਨੇ, ਕਾਰਬਨ ਡਾਈਆਕਸਾਈਡ ਆਪਦੇ ਅੰਦਰ ਖਿੱਚਦੇ ਨੇ ਤੇ ਆਕਸੀਜਨ ਬਾਹਰ ਛੱਡਦੇ ਨੇ। 40th ਕੁਐਸਚਨ ਦੀ ਗੱਲ ਕਰੀਏ, ਲੋ ਵਿਜ਼ੀਬਿਲਿਟੀ ਡਿਊਰਿੰਗ ਕੋਲਡ ਵੈਦਰ ਇਜ਼। ਹੁਣ ਜਦੋਂ ਠੰਡਾ ਵੈਦਰ ਹੁੰਦਾ ਉਦੋਂ ਲੋ ਵਿਜ਼ੀਬਿਲਿਟੀ ਕਿਉਂ ਆਉਂਦੀ ਆ? ਉਹ ਹੁੰਦੀ ਆ ਅਨਬਰਨਡ ਕਾਰਬਨ ਪਾਰਟੀਕਲਸ ਆਫ ਹਾਈਡਰੋਕਾਰਬਨ ਸਸਪੈਂਡਡ ਇਨ ਏਅਰ। ਹੁਣ ਤੁਸੀਂ ਇਹ ਚੀਜ਼ ਨੋਟ ਕੀਤੀ ਹੋਊਗੀ, ਜਦੋਂ ਦੀਵਾਲੀ ਵਗੈਰਾ ਦੇ ਨੇੜੇ, ਜੇ ਦੀਵਾਲੀ ਨਵੰਬਰ ਦਸੰਬਰ ਦੇ ਵਿੱਚ, ਜਿਵੇਂ ਨਵੰਬਰ ਦੇ ਨੇੜੇ ਆ ਜਾਂਦੀ ਆ, ਉੱਥੇ ਠੰਡ ਹੁੰਦੀ ਆ, ਆਪਾਂ ਦੇਖਿਆ ਕਈ ਵਾਰ ਪਟਾਕੇ ਚਲਾਉਣ ਨਾਲ ਹਵਾ ਦੇ ਵਿੱਚ ਕਾਫੀ ਸਾਰੇ ਧੂੰਆਂ ਦੇਖਣ ਨੂੰ ਮਿਲਦਾ ਆਪਾਂ ਨੂੰ, ਜਦੋਂ ਅੱਖਾਂ 'ਚ ਮੱਚਣ ਲੱਗ ਜਾਂਦੀਆਂ। ਉਹ ਕਾਹਤੋਂ ਹੁੰਦਾ? ਜਦੋਂ ਜਿਹੜੇ ਕਾਰਬਨ ਡਾਈਆਕਸਾਈਡ, ਜਿਹੜੇ ਕਾਰਬਨ ਪਾਰਟੀਕਲਸ ਨੇ ਅਨਬਰਨਡ ਹੁੰਦੇ ਨੇ, ਜਦੋਂ ਅੱਧੇ ਕੁ ਬਲੇ ਰਹਿ ਜਾਂਦੇ ਆ, ਉਹ ਫਿਰ ਹਾਈਡਰੋਕਾਰਬਨ ਹਵਾ ਦੇ ਵਿੱਚ ਸਸਪੈਂਡ ਹੁੰਦੇ ਨੇ, ਹਵਾ ਦੇ ਵਿੱਚ, ਏਅਰ ਦੇ ਵਿੱਚ ਰਹਿ ਜਾਂਦੇ ਨੇ, ਤਾਂ ਕਰਕੇ ਜਿਹੜੀ ਵਿਜ਼ੀਬਿਲਿਟੀ ਲੋ ਹੋ ਜਾਂਦੀ ਹੈ ਠੰਡੇ ਵੈਦਰ ਦੇ ਵਿੱਚ। 41st ਕੁਐਸਚਨ ਦੀ ਗੱਲ ਕਰੀਏ, ਗਰੋਥ ਆਫ ਲੀਚਨਸ ਔਨ ਬੈਰਨ ਰੌਕ ਇਜ਼ ਫੋਲੋਡ ਬਾਈ ਦਾ ਗਰੋਥ ਆਫ। ਹੁਣ ਜਿਹੜੀ ਲੀਚਨਸ ਨੇ, ਲੀਚਨਸ ਹੁੰਦੀਆਂ ਜੋਕਾਂ, ਜੋਕਾਂ ਜਿਹੜੀਆਂ ਬੈਰਨ ਰੌਕਸ ਦੇ ਉੱਤੇ ਗਰੋਥ ਹੁੰਦੀ ਆ, ਕੀ ਹੁੰਦੀ ਆ ਉਹ? ਮੋਸਿਸ ਦੀ। ਕਾਹਦੀ ਗਰੋਥ ਨਾਲ ਹੁੰਦੀ ਆ ਉਹ? ਮੋਸਿਸ ਦੀ ਗਰੋਥ ਨਾਲ। ਤੁਸੀਂ ਇਹ ਚੀਜ਼ ਯਾਦ ਰੱਖਣੀ ਆ। 42nd ਕੁਐਸਚਨ ਦੀ ਅੱਗੇ ਗੱਲ ਕਰੀਏ, ਮਾਰਕਡ ਟੈਂਪਰੇਚਰ ਚੇਂਜ ਇਨ ਐਕੁਆਟਿਕ ਐਨਵਾਇਰਨਮੈਂਟ ਕੈਨ ਇਫੈਕਟ। ਮਾਰਕ ਟੈਂਪਰੇਚਰ ਜਿਹੜਾ ਚੇਂਜ ਹੁੰਦਾ ਐਕੁਆਟਿਕ ਐਨਵਾਇਰਨਮੈਂਟ, ਐਕੁਆਟਿਕ ਹੁੰਦਾ ਪਾਣੀ ਵਾਲਾ, ਉਹ ਕਿਹਨੂੰ ਇਫੈਕਟ ਕਰਦਾ? ਉਹ ਇਫੈਕਟ ਕਰਦਾ ਜੀ ਬਰੀਡਿੰਗ ਆਫ ਐਨੀਮਲਸ, ਮਤਲਬ ਐਨੀਮਲਸ ਦੇ ਪ੍ਰਜਨਨ ਨੂੰ ਇਫੈਕਟ ਕਰਦਾ ਮਾਰਕਡ ਟੈਂਪਰੇਚਰ। 43rd ਕੁਐਸਚਨ ਦੀ ਗੱਲ ਕਰੀਏ, ਸੋਇਲ ਇਰੋਜ਼ਨ ਕੈਨ ਬੀ ਪ੍ਰੀਵੈਂਟਡ। ਸੋਇਲ ਇਰੋਜ਼ਨ ਆਪਾਂ ਕਿਵੇਂ ਰੋਕ ਸਕਦੇ ਹਾਂ? ਆਪਾਂ ਨੂੰ ਪਤਾ ਜਿੰਨੇ ਵੱਧ ਤੋਂ ਵੱਧ ਦਰਖਤ ਲਗਾਵਾਂਗੇ ਆਪਾਂ, ਜਿੰਨੇ ਵੱਧ ਤੋਂ ਵੱਧ ਦਰਖਤ ਲੱਗਣਗੇ ਉਨੀ ਜ਼ਿਆਦਾ ਜਿਹੜੀ ਆ ਸੋਇਲ ਇਰੋਜ਼ਨ ਘਟੂਗੀ, ਕਿਉਂਕਿ ਦਰਖਤ ਜਿਹੜੇ ਨੇ ਉਹ ਜੜ੍ਹਾਂ ਨੂੰ ਫੜ ਕੇ ਰੱਖਦੇ ਨੇ, ਜੜ੍ਹਾਂ ਨਾਲ ਮਿੱਟੀ, ਤਾਂ ਮਿੱਟੀ ਉੱਥੇ ਬਚੀ ਰਹਿੰਦੀ ਆ। ਰੇਜ਼ਿੰਗ ਫੋਰੈਸਟ ਇਹਦੀ ਕਰੈਕਟ ਆਪਸ਼ਨ ਹੋਊਗੀ। ਨੈਕਸਟ ਕੁਐਸਚਨ, what happens when the rain falls on soil without vegetational cover। ਹੁਣ ਜੇ ਮਤਲਬ ਮੀਂਹ ਪਵੇ,
ਮਿੱਟੀ ਦੇ ਉੱਤੇ ਕੋਈ ਵੈਜੀਟੇਸ਼ਨ ਨਾ ਹੋਵੇ, ਮਿੱਟੀ ਮੰਨ ਲਓ ਖਾਲੀ ਪਈ ਹੈ, ਉੱਤੇ ਮੀਂਹ ਪੈ ਜੇ ਤਾਂ ਹੋਊਗਾ ਕਿ ਆਪਾਂ ਨੂੰ ਪਤਾ ਚਿੱਕੜ ਹੋ ਜਾਂਦਾ ਅਤੇ ਉਹ ਜਿਹੜੀ ਮਿੱਟੀ ਆ ਉਹ ਵਹਾ ਕੇ ਨਾਲ ਲੈ ਜਾਂਦਾ ਆਪਣੇ। ਤਾਂ ਰੇਨ ਵਾਟਰ ਜਿਹੜਾ ਫਿਰ ਕੋਜ਼ ਕਰੂਗਾ ਕਿ ਇਹਨੂੰ ਲੋਸ ਆਫ ਸਰਫੇਸ ਸੋਇਲ, ਜਿਹੜੀ ਸਰਫੇਸ ਉੱਪਰਲੀ ਮਿੱਟੀ ਹੋਊਗੀ ਉਹ ਰੁੜ ਕੇ ਪਰਾਂ ਚਲੀ ਜਾਊਗੀ। ਤਾਂ ਇਸ ਕਰਕੇ ਆਪਾਂ ਕਹਿੰਦੇ ਹਾਂ ਆਪਾਂ ਨੂੰ ਵੱਧ ਤੋਂ ਦਰਖਤ ਲਾਉਣੇ ਚਾਹੀਦੇ ਆ, ਖਾਲੀ ਥਾਂ ਨਹੀਂ ਛੱਡਣੀ ਚਾਹੀਦੀ। 45th ਕੁਐਸਚਨ, ਆਕਸੀਜਨ ਇਜ਼ ਹਾਰਮਫੁਲ। ਆਕਸੀਜਨ ਕਿਹਦੇ ਵਾਸਤੇ ਹਾਰਮਫੁਲ ਹੁੰਦੀ ਆ? ਉਹ ਹੁੰਦੀ ਹੈ ਜੀ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਦੇ ਉੱਤੇ, ਤਾਂ ਇਹ ਵੀ ਯਾਦ ਰੱਖਣਾ। 46th ਕੁਐਸਚਨ, ਇਨਐਕਸੋਸਿਬਲ ਨੋਨ ਕਨਵੈਨਸ਼ਨਲ ਸੋਰਸ ਆਫ ਐਨਰਜੀ ਕਿਹੜੀ ਆ? ਇਨਐਕਸੋਸਿਬਲ ਮਤਲਬ ਕਦੇ ਨਸ਼ਟ ਨਾ ਹੋਣ ਵਾਲੀ, ਕਦੇ ਖਤਮ ਨਾ ਹੋਣ ਵਾਲੀ। ਨੋਨ ਕਨਵੈਨਸ਼ਨਲ ਸੋਰਸ ਆਫ ਐਨਰਜੀ ਕਿਹੜੀ ਆ? ਉਹ ਇਹ ਤਿੰਨੇ ਨੇ, ਸੋਲਰ ਰੇਡੀਏਸ਼ਨ ਵੀ ਆ, ਵਿੰਡ ਪਾਵਰ ਵੀ ਆ, ਸੀ ਟਾਈਡਸ ਵੀ ਨੇ, ਇਹ ਤਿੰਨੇ ਤਾਂ ਕਰਕੇ ਆਲ ਆਫ ਅਬਵ ਕਰੈਕਟ ਆਪਸ਼ਨ ਆ। 47th ਕੁਐਸਚਨ, ਸੋਇਲ ਇਜ਼ ਕੰਪੋਜ਼ਡ ਆਫ। ਸੋਇਲ ਕਾਹਦੀ ਬਣੀ ਹੋਈ ਆ? ਸੋਇਲ ਇਹਨਾਂ ਚਾਰੇ ਚੀਜ਼ਾਂ ਦੀ ਬਣੀ ਆ, ਮਿਨਰਲ, ਆਰਗੈਨਿਕ ਮਟੀਰੀਅਲ, ਏਅਰ ਅਤੇ ਵਾਟਰ। ਇਹਨਾਂ ਚਾਰੇ ਚੀਜ਼ਾਂ ਦੀ ਮਿਲ ਕੇ ਸੋਇਲ ਬਣੀ ਆ। ਹੁਣ ਕਈ ਵਾਰੀ ਬੱਚਿਆਂ ਨੂੰ ਕਨਫਿਊਜ਼ ਹੁੰਦੀ ਵੀ ਏਅਰ ਕਾਹਤੋਂ ਲਿਖਿਆ ਹੋਇਆ। ਤੁਸੀਂ ਕਦੇ ਵੀ ਦੇਖਿਓ ਮਿੱਟੀ ਮੰਨ ਲਓ ਸੁੱਕੀ ਮਿੱਟੀ ਪਈ ਹੋਈ, ਸੁੱਕੀ ਮਿੱਟੀ ਦੇ ਵਿੱਚ ਪਾਣੀ ਪਾ ਕੇ ਦੇਖਿਓ, ਬੁਲਬੁਲੇ ਬਾਹਰ ਆਉਣਗੇ, ਅੰਦਰ ਕਿਤੇ ਨਾ ਕਿਤੇ ਏਅਰ ਟਰੈਪ ਹੁੰਦੀ ਹੈ ਸੋਇਲ ਦੇ ਵਿੱਚ। ਤਾਂ ਯਾਦ ਰੱਖਣਾ ਏਅਰ ਦਾ ਵੀ ਵੱਡਾ ਹਿੱਸਾ ਹੁੰਦਾ ਸੋਇਲ ਦੇ ਵਿੱਚ। 48th ਕੁਐਸਚਨ ਦੀ ਗੱਲ ਕਰੀਏ, ਹਾਊ ਡਜ਼ ਕਾਰਬਨ ਮੋਨੋਆਕਸਾਈਡ ਆ ਪੋਇਜ਼ਨਸ ਗੈਸ ਐਮਿਟਡ ਬਾਈ ਆਟੋਮੋਬਾਈਲਸ ਪ੍ਰੀਵੈਂਟ ਟਰਾਂਸਪੋਰਟ ਆਫ ਆਕਸੀਜਨ ਇਨਟੂ ਦਾ ਬੋਡੀ। ਹੁਣ ਉਹ ਕਹਿੰਦੇ ਪਏ ਆ ਵੀ ਜਦੋਂ ਕਾਰਬਨ ਮੋਨੋਆਕਸਾਈਡ ਇੱਕ ਪੋਇਜ਼ਨਸ ਗੈਸ ਆ, ਆਟੋਮੋਬਾਈਲਸ ਜਿਹੜੇ ਆਪਣੇ ਵਹੀਕਲ ਐਮਿਟ ਕਰਦੇ ਨੇ ਬੋਡੀ ਟਿਸ਼ੂ ਦੇ ਵਿੱਚ, ਤਾਂ ਕਿਵੇਂ ਕਰਦੇ ਨੇ? ਬਾਈ ਫਾਰਮਿੰਗ ਆ ਸਟੇਬਲ ਕੰਪੋਨੈਂਟ ਵਿਦ ਹੋਮੋਗਲੋਬਿਨ। ਆਪਣੇ ਬੋਡੀ ਦੇ ਵਿੱਚ ਐਂਟਰ ਹੋਣ ਨਾਲ ਕੀ ਹੁੰਦੇ ਨੇ ਇਹ ਜਿਹੜੇ ਹੋਮੋਗਲੋਬਿਨ ਆਪਣੇ ਬੋਡੀ ਦੇ ਵਿੱਚ ਹੁੰਦਾ, ਉਹਦੇ ਨਾਲ ਇੱਕ ਸਟੇਬਲ ਫਾਰਮ ਬਣਾ ਲੈਂਦੇ ਨੇ ਆਪਣੀ, ਜਿਹਦੇ ਕਰਕੇ ਇਹ ਪੋਇਜ਼ਨਸ ਹੋ ਜਾਂਦੇ ਨੇ, ਆਪਣੇ ਲਈ ਹਾਨੀਕਾਰਕ ਹੋ ਜਾਂਦੇ ਨੇ। ਨੈਕਸਟ ਕੁਐਸਚਨ, ਮੀਨਾਮੋਟਾਟਾ ਡਿਜ਼ੀਜ਼ ਇਜ਼ ਪੋਲਿਊਸ਼ਨ ਰਿਲੇਟਡ ਡਿਜ਼ੀਜ਼ ਵਿਚ ਰਿਜ਼ਲਟ ਫਰੋਮ। ਹੁਣ ਉਹ ਕਹਿੰਦੇ ਮੀਨਾਮੋਟਾਟਾ ਡਿਜ਼ੀਜ਼ ਆ ਜਿਹੜੀ ਪੋਲਿਊਸ਼ਨ ਰਿਲੇਟਡ ਆ, ਇਹ ਕਾਹਦੇ ਤੋਂ ਫਾਰਮ ਹੁੰਦੀ ਆ? ਇਹ ਫਾਰਮ ਹੁੰਦੀ ਆ ਰਿਲੀਜ਼ ਆਫ ਇੰਡਸਟਰੀਅਲ ਵੇਸਟ ਮਰਕਰੀ ਇਨਟੂ ਫਿਸ਼ਿੰਗ ਵਾਟਰ। ਜਿਹੜਾ ਫਿਸ਼ਿੰਗ ਵਾਟਰ ਹੁੰਦਾ ਮਰਕਰੀ ਜਦੋਂ ਉਹਦੇ ਚਲੀ ਜਾਂਦੀ ਆ, ਤਾਂ ਜੇ ਹੁਣ ਮੱਛੀਆਂ ਵਗੈਰਾ ਉੱਥੇ ਹੋਣਗੀਆਂ ਤਾਂ ਉਹ ਮੱਛੀਆਂ ਜਦੋਂ ਆਪਾਂ ਵਰਗੇ ਇਨਸਾਨ ਖਾਣਗੇ ਤਾਂ ਉੱਥੋਂ ਆਪਾਂ ਨੂੰ ਇਹ ਰੋਗ ਹੋ ਜਾਂਦਾ ਮੀਨਾਮੋਟਾਟਾ ਮਰਕਰੀ ਤੋਂ। ਅੱਗੇ ਚੱਲਦੇ ਹਾਂ ਆਪਾਂ ਕੁਐਸਚਨ ਲਾਸਟ ਦੇ ਉੱਤੇ, ਐਸਿਡ ਰੇਨ ਇਜ਼ ਕਾਜ਼ਡ ਬਾਈ ਡਿਊ ਟੂ ਇਨਕਰੀਜ਼ ਇਨ ਕੰਸਨਟ੍ਰੇਸ਼ਨ ਆਫ। ਜਿਹੜਾ ਤੇਜ਼ਾਬੀ ਮੀਂਹ ਆ ਉਹ ਜਿਹੜਾ ਕਾਜ਼ ਹੁੰਦਾ, ਕਾਹਦੇ ਕਰਕੇ ਕਾਜ਼ ਹੁੰਦਾ? ਕਿਹੜੀ ਚੀਜ਼ ਦੀ ਕੰਸਨਟ੍ਰੇਸ਼ਨ ਵੱਧਦੇ ਜੇ ਤਾਂ ਉਹ ਕਾਜ਼ ਹੁੰਦੀ ਹੈ ਐਸਿਡ ਰੇਨ? ਉਹ ਹੁੰਦੀ ਹੈ ਜੀ SO2 ਅਤੇ NO2, ਮਤਲਬ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਦੋਵਾਂ ਤੋਂ ਮਿਲ ਕੇ, ਜਾਂ ਕਹਿ ਲਓ ਬੱਦਲਾਂ ਦੇ ਵਿੱਚ, ਹਵਾ ਦੇ ਵਿੱਚ, ਤਾਂ ਮੀਂਹ ਨਾਲ ਮਿਲ ਕੇ ਉਹ ਐਸਿਡ ਰੇਨ ਫਾਰਮ ਕਰਦੀਆਂ ਨੇ। ਤਾਂ ਇਹ ਸੀਗਾ ਜੀ ਅੱਜ ਦਾ ਪਾਰਟ 2। ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨ ਸਮਝ ਲੱਗੇ ਹੋਣਗੇ। ਜੇ ਤੁਸੀਂ NCERT ਕਵਰ ਨਹੀਂ ਕੀਤੀ ਹਜੇ ਤੱਕ ਤਾਂ ਆਪਣੇ ਪਲੇਲਿਸਟ 'ਚ ਜਾ ਕੇ NCERT ਚੰਗੀ ਤਰ੍ਹਾਂ ਕਰ ਲਿਓ। ਸਾਇੰਸ ਦੀ 6, 7, 8 ਚੰਗੀ ਤਰ੍ਹਾਂ ਕਰਾਈ ਹੋਈ ਆ। ਬਾਕੀ ਹਰੇਕ ਟੌਪਿਕ ਇਕੱਲਾ ਕੀਤਾ ਹੋਇਆ, ਬਹੁਤ ਸੌਖੇ ਤਰੀਕੇ ਨਾਲ ਆਪਾਂ ਬਿਲਕੁਲ ਐਗਜ਼ਾਮ ਲੈਵਲ। ਅਤੇ CDP ਦੇ ਵੀ ਆਪਾਂ ਇਕੱਲੀ ਕਲਾਸ ਕੀਤੀ ਹੋਈ ਆ, ਤੁਸੀਂ ਉਹ ਜਾ ਕੇ ਜ਼ਰੂਰ ਦੇਖਿਓ। ਪੇਪਰ ਦੇ ਲਈ ਤੁਹਾਡੀ ਤਿਆਰੀ ਬਹੁਤ ਵਧੀਆ ਹੋਊਗੀ। ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਸਟੇ ਸੇਫ ਐਂਡ ਫਾਈਨਲੀ ਥੈਂਕਸ ਫॉर ਵਾਚਿੰਗ।